ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 9th ਦੀ ਪੁਸਤਕ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਦਾ ਪਾਠ ਨੰਬਰ 1 ਸਮਝਾਉਣ ਜਾ ਰਿਹਾ ਹਾਂ। ਪਾਠ ਦਾ ਨਾਮ ਹੈ ਸਵੈ ਚੇਤਨਾ ਅਤੇ ਸਵੈ ਅਨੁਸ਼ਾਸਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਦੇ ਨਾਮ ਦਾ ਅਰਥ ਦੱਸ ਦਿੰਦਾ ਹਾਂ। ਸਵੈ ਭਾਵ ਆਪਣੇ ਆਪ ਨੂੰ, ਚੇਤਨਾ ਭਾਵ ਜਾਗਰੂਕ ਹੋਣਾ ਜਾਂ ਜਾਣਨਾ, ਅਨੁਸ਼ਾਸਨ ਭਾਵ ਨਿਯਮਾਂ ਵਿੱਚ ਰਹਿਣਾ। ਇਸ ਤਰ੍ਹਾਂ ਪੂਰੇ ਪਾਠ ਦਾ ਅਰਥ ਬਣਦਾ ਹੈ ਭਾਵ ਕਿ ਆਪਣੇ ਆਪ ਦੀ ਪਹਿਚਾਣ ਕਰਨਾ, ਆਪਣੇ ਪ੍ਰਤੀ ਜਾਗਰੂਕ ਬਣਨਾ ਅਤੇ ਖੁਦ ਆਪਣੇ ਆਪ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਤੋਂ ਅਨੁਸ਼ਾਸਨ ਭਾਵ ਨਿਯਮਾਂ ਵਿੱਚ ਰਹਿਣਾ, ਯਾਨੀ ਕਿ ਆਪਣੇ ਆਪ ਨੂੰ ਖੁਦ ਦੇ ਬਣਾਏ ਨਿਯਮਾਂ ਅਨੁਸਾਰ ਰੱਖਣ ਦੀ ਕੋਸ਼ਿਸ਼ ਕਰਨਾ ਸਵੈ ਅਨੁਸ਼ਾਸਨ ਹੁੰਦਾ ਹੈ। ਅਤੇ ਆਪਣੇ ਆਪ ਦਾ ਗਿਆਨ ਕਰ ਲੈਣਾ ਕਿ ਮੈਂ ਕੌਣ ਹਾਂ, ਮੈਂ ਕੀ ਕਰਨਾ ਹੈ, ਮੈਂ ਜ਼ਿੰਦਗੀ ਵਿੱਚ ਕੀ ਬਣਨਾ ਹੈ, ਇਹ ਸਵੈ ਚੇਤਨਾ ਹੁੰਦਾ ਹੈ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਦੇ ਨਾਮ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਸ ਪਾਠ ਦਾ ਪਹਿਲੇ ਸਾਰਾਂਸ਼ ਜਾਂ ਨਿਚੋੜ ਸਮਝਾਵਾਂਗਾ, ਫਿਰ ਮੈਂ ਤੁਹਾਨੂੰ ਇਸ ਦੇ ਸਾਰੀਆਂ ਐਕਟੀਵਿਟੀਜ਼, ਪ੍ਰਸ਼ਨ ਉੱਤਰ, ਖਾਲੀ ਸਥਾਨ ਚੰਗੀ ਤਰ੍ਹਾਂ ਸਮਝਾਵਾਂਗਾ। ਇਸ ਪਾਠ ਦੇ ਕੁੱਲ 4 ਭਾਗ ਹਨ। ਭਾਗ ਊੜਾ, ਮੈਂ ਕੌਣ ਹਾਂ, ਭਾਵ ਕਿ ਆਪਣੇ ਆਪ ਨੂੰ ਜਾਣਨਾ ਕਿ ਮੈਂ ਕਿਹੜੇ ਕੁਦਰਤੀ ਗੁਣਾਂ ਨਾਲ ਪੈਦਾ ਹੋਇਆ ਹਾਂ ਅਤੇ ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ। ਇਸ ਨੂੰ ਆਪਾਂ ਮੈਂ ਕੌਣ ਹਾਂ ਹੈਡਿੰਗ ਦੇ ਨਾਲ ਦਰਸਾਇਆ ਹੈ, ਭਾਵ ਕਿ ਆਪਣੇ ਆਪ ਦੇ ਏਮ ਨੂੰ ਜਾਣਨਾ। ਭਾਗ ਐੜਾ, ਆਪਣੀ ਪਹਿਚਾਣ ਬਣਾਉਣਾ, ਭਾਵ ਕਿ ਹਰ ਇੱਕ ਇਨਸਾਨ ਦੀ ਆਪਣੀ ਇੱਕ ਸ਼ਖਸੀਅਤ ਹੁੰਦੀ ਹੈ। ਉਹ ਉਸਦੇ ਚੰਗੇ ਅਤੇ ਮਾੜੇ ਗੁਣਾਂ ਨੂੰ ਮਿਲਾ ਕੇ ਬਣਦੀ ਹੈ, ਪਰੰਤੂ ਇੱਕ ਚੰਗਾ ਮਨੁੱਖ ਆਪਣੇ ਮਾੜੇ ਗੁਣਾਂ ਨੂੰ ਤਿਆਗ ਕੇ ਚੰਗੇ ਗੁਣਾਂ ਦਾ ਧਾਰਨੀ ਬਣਦਾ ਹੈ, ਜੋ ਉਸਦੀ ਅਸਲੀ ਤੇ ਚੰਗੀ ਪਹਿਚਾਣ ਬਣ ਜਾਂਦੀ ਹੈ। ਭਾਵ ਕਿ ਕਿਸੇ ਵੀ ਮਨੁੱਖ ਦੁਆਰਾ ਇੱਕ ਆਪਣੀ ਵੱਖਰੀ ਪਛਾਣ ਬਣਾਉਣ ਲਈ ਕੁਝ ਚੰਗੇ ਜਾਂ ਮਾੜੇ ਗੁਣ ਅਪਣਾ ਲਏ ਜਾਂਦੇ ਹਨ, ਪਰੰਤੂ ਮਾੜੇ ਗੁਣਾਂ ਵਾਲਾ ਵਿਅਕਤੀ ਸਾਰਿਆਂ ਵੱਲੋਂ ਉਸਦੀ ਨਿੰਦਿਆ ਕੀਤੀ ਜਾਂਦੀ ਹੈ। ਇਸ ਲਈ ਸਾਨੂੰ ਆਪਣੀ ਪਹਿਚਾਣ ਚੰਗੇ ਕੰਮਾਂ ਵਿੱਚ ਬਣਾਉਣੀ ਚਾਹੀਦੀ ਹੈ। ਭਾਗ ਈੜੀ, ਸਮੇਂ ਦੀ ਪਾਬੰਦੀ, ਭਾਵ ਸਮੇਂ ਦੀ ਕਦਰ ਕਰਦੇ ਹੋਏ ਹਰ ਕੰਮ ਨੂੰ ਮਿੱਥੇ ਹੋਏ ਸਮੇਂ 'ਤੇ ਕਰਨਾ। ਕਿਸੇ ਨੇ ਸਹੀ ਕਿਹਾ ਹੈ, ਸਮਾਂ ਉਹਨਾਂ ਨੂੰ ਬਰਬਾਦ ਕਰ ਦਿੰਦਾ ਹੈ ਜੋ ਸਮੇਂ ਨੂੰ ਬਰਬਾਦ ਕਰਦੇ ਹਨ। ਇਸ ਲਈ ਸਮੇਂ ਦੀ ਕਦਰ ਕਰਨੀ ਸਿੱਖੋ, ਭਾਵ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਸਮੇਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ, ਸਗੋਂ ਉਸ ਨੂੰ ਚੰਗੇ ਕੰਮਾਂ ਵੱਲ ਉਸਾਰੂ ਢੰਗਾਂ ਨਾਲ ਅਪਣਾਉਣਾ ਜਾਂ ਲਗਾਉਣਾ ਚਾਹੀਦਾ ਹੈ। ਭਾਗ ਸੱਸਾ, ਜ਼ਿੰਮੇਵਾਰੀ ਦੀ ਭਾਵਨਾ, ਭਾਵ ਕਿ ਆਪਣੇ ਫਰਜ਼ ਨਿਭਾਉਣ ਦੀ ਸੋਚ। ਸਾਡੇ ਸਮਾਜ ਵਿੱਚ ਵਿਚਰਨ ਸਮੇਂ ਆਪਣੇ ਘਰ, ਪਰਿਵਾਰ, ਸਕੂਲ, ਸਮਾਜ, ਦੇਸ਼ ਆਦਿ ਪ੍ਰਤੀ ਅਨੇਕਾਂ ਹੀ ਫਰਜ਼ ਹਨ, ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਵੀ ਕਹਿ ਦਿੰਦੇ ਹਾਂ। ਇੱਕ ਚੰਗਾ ਵਿਦਿਆਰਥੀ ਉਦੋਂ ਹੀ ਚੰਗਾ ਨਾਗਰਿਕ ਸਾਬਤ ਹੁੰਦਾ ਹੈ ਜਦੋਂ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾਉਂਦਾ ਹੈ, ਭਾਵ ਕਿ ਜ਼ਿੰਮੇਵਾਰੀ ਨੂੰ ਨਿਭਾਉਣਾ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ। ਸਾਡੀਆਂ ਜ਼ਿੰਮੇਵਾਰੀਆਂ ਸਾਡੇ ਪਰਿਵਾਰ ਪ੍ਰਤੀ, ਸਾਡੇ ਸਮਾਜ ਪ੍ਰਤੀ, ਸਾਡੇ ਦੇਸ਼ ਪ੍ਰਤੀ ਅਨੇਕਾਂ ਹੀ ਜ਼ਿੰਮੇਵਾਰੀਆਂ ਹਨ ਅਤੇ ਸਾਨੂੰ ਇਹਨਾਂ ਨੂੰ ਖਿੜੇ ਮੱਥੇ ਅਪਣਾਉਣਾ ਚਾਹੀਦਾ ਹੈ ਅਤੇ ਨਿਭਾਉਣਾ ਚਾਹੀਦਾ ਹੈ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਸਾਰੇ ਪਾਠ ਦਾ ਸਾਰਾਂਸ਼ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਤੁਸੀਂ ਹੋਰ ਇਸੇ ਤਰ੍ਹਾਂ ਦੀ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। 10th ਅਤੇ +2 ਦੀ ਪੂਰੀ ਬੁੱਕ ਮੈਂ ਪਹਿਲਾਂ ਹੀ ਸੋਲਵ ਕਰਕੇ ਅਪਲੋਡ ਕਰ ਚੁੱਕਾ ਹਾਂ, ਉਸ ਨੂੰ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਹੁਣ ਮੈਂ ਤੁਹਾਨੂੰ ਇਸ ਦੀਆਂ ਕਿਰਿਆਵਾਂ ਅਤੇ ਪ੍ਰਸ਼ਨ ਉੱਤਰ ਸਮਝਾਵਾਂਗਾ। ਪਿਆਰੇ ਬੱਚਿਓ, ਕੀ ਤੁਸੀਂ ਕਦੇ ਸੋਚਿਆ ਹੈ ਕਿ ਨੰਬਰ 1, ਮੱਛੀ ਹਵਾ ਵਿੱਚ ਉੱਡ ਕਿਉਂ ਨਹੀਂ ਸਕਦੀ? ਤਾਂ ਦੋਸਤੋ, ਕਿਉਂਕਿ ਮੱਛੀ ਦੇ ਸਰੀਰ ਅਤੇ ਖੰਭਾਂ ਦੀ ਬਣਾਵਟ ਤੈਰਨ ਲਈ ਬਣੀ ਹੈ, ਉੱਡਣ ਲਈ ਨਹੀਂ। ਦੂਜੇ ਪਾਸੇ ਮੱਛੀ ਕੋਲ ਸਾਹ ਲੈਣ ਲਈ ਗਲਫੜੇ ਹੁੰਦੇ ਹਨ, ਜਿਨ੍ਹਾਂ ਦਾ ਪ੍ਰਯੋਗ ਉਹ ਪਾਣੀ ਵਿੱਚ ਰਹਿ ਕੇ ਹੀ ਕਰ ਸਕਦੀ ਹੈ। ਜੇਕਰ ਉਹ ਹਵਾ ਵਿੱਚ ਆ ਜਾਏਗੀ ਤਾਂ ਉਹ ਸਾਹ ਨਹੀਂ ਲੈ ਸਕੇਗੀ, ਤਾਂ ਉੱਡਣਾ ਤਾਂ ਬੜੀ ਦੂਰ ਦੀ ਗੱਲ ਹੈ। ਪ੍ਰਸ਼ਨ ਨੰਬਰ 2, ਸਾਰੇ ਜੀਵ ਜੰਤੂ ਦਰੱਖਤਾਂ 'ਤੇ ਕਿਉਂ ਨਹੀਂ ਚੜ੍ਹ ਸਕਦੇ? ਕਿਉਂਕਿ ਹਰੇਕ ਕੋਲ ਆਪਣਾ ਆਪਣਾ ਕੁਦਰਤੀ ਗੁਣ ਹੁੰਦਾ ਹੈ, ਭਾਵ ਕਿ ਇੱਕ ਬਾਂਦਰ ਹੈ, ਉਸ ਦਾ ਸਰੀਰ ਲਚਕੀਲਾ ਹੈ, ਹਲਕਾ ਹੈ, ਉਹ ਜੰਪ ਕਰਕੇ ਪੇੜ ਦੇ ਉੱਤੇ ਚੜ੍ਹ ਜਾਂਦਾ ਹੈ, ਪਰੰਤੂ ਇੱਕ ਮੱਝ ਜਾਂ ਗਾਂ ਦੀ ਗੱਲ ਕਰੀਏ ਤਾਂ ਉਹਦੇ ਸਰੀਰ ਦੀ ਬਣਾਵਟ ਬਹੁਤ ਸਰੀਰ ਭਾਰੀ ਹੁੰਦਾ ਹੈ, ਲਚਕ ਘੱਟ ਹੁੰਦੀ ਹੈ, ਇਸ ਲਈ ਉਹ ਪੇੜ ਉੱਤੇ ਨਹੀਂ ਚੜ੍ਹ ਸਕਦੇ। ਪ੍ਰਸ਼ਨ ਨੰਬਰ 3, ਇਸੇ ਤਰ੍ਹਾਂ ਜੀਵਨ ਤੇਂਦੁਲਕਰ ਕ੍ਰਿਕਟ ਖਿਡਾਰੀ ਨਾ ਹੋ ਕੇ ਇੱਕ ਪੇਂਟਰ ਵਜੋਂ ਮਸ਼ਹੂਰ ਕਿਉਂ ਨਹੀਂ ਹੋਇਆ? ਭਾਵ ਕਿ ਤੇਂਦੁਲਕਰ ਇੱਕ ਕ੍ਰਿਕਟ ਪਲੇਅਰ ਹੀ ਕਿਉਂ ਬਣਿਆ, ਉਹ ਇੱਕ ਪੇਂਟਰ ਕਿਉਂ ਨਹੀਂ ਬਣਿਆ? ਕਿਉਂਕਿ ਉਸ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਸੀ, ਭਾਵ ਕਿ ਬਚਪਨ ਤੋਂ ਹੀ ਤੇਂਦੁਲਕਰ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਸੀ, ਇਸ ਲਈ ਉਹ ਪੇਂਟਰ ਨਾ ਬਣ ਸਕਿਆ ਅਤੇ ਇੱਕ ਚੰਗਾ ਕ੍ਰਿਕਟ ਖਿਡਾਰੀ ਹੀ ਬਣਿਆ। ਪ੍ਰਸ਼ਨ ਨੰਬਰ 4, ਲਤਾ ਮੰਗੇਸ਼ਕਰ ਗਾਇਕਾ ਬਣਨ ਦੀ ਬਜਾਏ ਲੇਖਕਾ ਕਿਉਂ ਨਹੀਂ ਬਣੀ? ਕਿਉਂਕਿ ਉਸ ਨੂੰ ਗੀਤ ਗਾਉਣ ਦਾ
ਸ਼ੌਂਕ ਸੀ, ਭਾਵ ਕਿ ਬਚਪਨ ਤੋਂ ਹੀ ਲਤਾ ਮੰਗੇਸ਼ਕਰ ਨੂੰ ਗੀਤ ਗਾਉਣ ਦਾ ਸ਼ੌਂਕ ਸੀ। ਉਸਦੀ ਆਵਾਜ਼ ਬੜੀ ਸੁਰੀਲੀ ਸੀ, ਇਸ ਲਈ ਉਸਨੇ ਗਾਇਕਾ ਬਣਨਾ ਹੀ ਪਸੰਦ ਕੀਤਾ, ਨਾ ਕਿ ਉਹ ਲੇਖਕਾ ਬਣੀ। ਤਾਂ ਉਪਰੋਕਤ ਸਵਾਲਾਂ ਤੋਂ ਸਾਨੂੰ ਇਹ ਪਤਾ ਚੱਲ ਗਿਆ ਹੈ ਕਿ ਕੁਦਰਤ ਨੇ ਹਰੇਕ ਜੀਵ ਨੂੰ ਕੁਝ ਗੁਣ ਪ੍ਰਦਾਨ ਕੀਤੇ ਹਨ। ਉਹਨਾਂ ਗੁਣਾਂ ਦਾ ਸਹੀ ਪ੍ਰਯੋਗ ਕਰਕੇ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਨ। ਜੇਕਰ ਉਹ ਦੂਸਰੇ ਪਾਸੇ ਗੁਣਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਦੇ ਕਾਮਯਾਬ ਹੋਣ ਦੇ ਚਾਂਸ ਵੀ ਘਟ ਜਾਂਦੇ ਹਨ। ਨੈਕਸਟ, ਜੇਕਰ ਆਪਣੇ ਆਪ ਬਾਰੇ ਦੱਸਣਾ ਹੋਵੇ ਤਾਂ ਤੁਸੀਂ ਕੀ ਕਹੋਗੇ? ਭਾਵ ਕਿ ਇੱਥੇ ਤੁਸੀਂ ਆਪਣੀ ਜਾਣਕਾਰੀ ਦੇਣੀ ਹੈ, ਜ਼ਰੂਰੀ ਨਹੀਂ ਕਿ ਮੇਰੇ ਦੱਸੇ ਅਨੁਸਾਰ ਤੁਸੀਂ ਲਿਖਣਾ ਹੈ। ਤਾਂ ਸੋਚ ਕੇ ਤੁਸੀਂ ਆਪਣਾ ਕੋਈ ਵੀ ਜਵਾਬ ਲਿਖ ਸਕਦੇ ਹੋ। ਨੰਬਰ 1, ਮੈਂ ਡੈਸ਼ ਹਾਂ, ਤਾਂ ਮੈਂ ਇੱਥੇ ਭਰਿਆ ਜੀ ਮੈਂ ਇੱਕ ਚੰਗਾ ਇਨਸਾਨ ਹਾਂ। ਤੁਸੀਂ ਇੱਥੇ ਮੈਂ ਇੱਕ ਮੁੰਡਾ ਹਾਂ ਵੀ ਲਿਖ ਸਕਦੇ ਹੋ, ਮੈਂ ਇੱਕ ਕੁੜੀ ਹਾਂ ਵੀ ਲਿਖ ਸਕਦੇ ਹੋ, ਜਾਂ ਕੁਝ ਹੋਰ ਵੀ ਜਵਾਬ ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਹੋਏ। ਤੁਸੀਂ ਪੂਰੀ ਸੱਚਾਈ ਦੇ ਨਾਲ ਆਪਣੇ ਬਾਰੇ ਇੱਥੇ ਲਿਖਣਾ ਹੈ। ਪ੍ਰਸ਼ਨ ਨੰਬਰ 2, ਮੇਰੇ ਘਰ ਸਾਰੇ ਮੇਰੇ ਤੋਂ ਡੈਸ਼ ਰਹਿੰਦੇ ਹਨ, ਤਾਂ ਮੈਂ ਇੱਥੇ ਭਰਿਆ ਹੈ ਜੀ ਖੁਸ਼ ਰਹਿੰਦੇ ਹਨ। ਤੁਸੀਂ ਇੱਥੇ ਕੁਝ ਹੋਰ ਵੀ ਭਰ ਸਕਦੇ ਹੋ। ਨੰਬਰ 3, ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਮੈਂ ਡੈਸ਼, ਜਦੋਂ ਮੈਂ ਦੂਜਿਆਂ ਦੀ ਮਦਦ ਕਰਦਾ ਹਾਂ। ਨੰਬਰ 4, ਜਿਸ ਗੱਲ ਦਾ ਮੈਨੂੰ ਹਮੇਸ਼ਾ ਡਰ ਰਹਿੰਦਾ ਹੈ ਉਹ ਹੈ ਕਿ ਕੋਈ ਵੀ ਮੇਰੇ ਤੋਂ ਬਿਨਾਂ ਮਤਲਬ ਤੋਂ ਨਾਰਾਜ਼ ਨਾ ਹੋਵੇ, ਭਾਵ ਕਿ ਬਿਨਾਂ ਕੋਈ ਗਲਤੀ ਕੀਤਿਆਂ ਮੇਰੇ ਤੋਂ ਕੋਈ ਨਾਰਾਜ਼ ਨਾ ਹੋਵੇ, ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਤੇ ਮੈਨੂੰ ਇਹ ਡਰ ਵੀ ਲੱਗਾ ਰਹਿੰਦਾ ਹੈ। ਪ੍ਰਸ਼ਨ ਨੰਬਰ 5, ਤੁਸੀਂ ਉਹਨਾਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹੋ ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ? ਤਾਂ ਦੋਸਤੋ, ਮੈਂ ਉਹਨਾਂ ਨਾਲ ਬਿਨਾਂ ਮਤਲਬ ਤੋਂ ਫਾਲਤੂ ਨਹੀਂ ਬੋਲਦਾ, ਭਾਵ ਕਿ ਮੈਂ ਉਹਨਾਂ ਨਾਲ ਉਹਨਾਂ ਕੁ ਹੀ ਬੋਲਦਾ ਹਾਂ ਜਿੰਨੀ ਮੈਨੂੰ ਜ਼ਰੂਰਤ ਹੁੰਦੀ ਹੈ। ਮੈਂ ਉਹਨਾਂ ਨੂੰ ਫਾਲਤੂ ਨਹੀਂ ਬੁਲਾਉਂਦਾ। ਪ੍ਰਸ਼ਨ ਨੰਬਰ 6, ਕੀ ਸਾਰੇ ਲੋਕ ਤੁਹਾਡੇ ਤੋਂ ਹਮੇਸ਼ਾ ਖੁਸ਼ ਹੁੰਦੇ ਹਨ? ਕਿਉਂ? ਮੈਂ ਇਸ ਦਾ ਉੱਤਰ ਲਿਖਿਆ ਜੀ ਹਾਂ, ਕਿਉਂਕਿ ਮੈਂ ਖੁਸ਼ ਮਿਜਾਜ ਸੁਭਾਅ ਦਾ ਹਾਂ ਅਤੇ ਹਮੇਸ਼ਾ ਦੂਜਿਆਂ ਦੇ ਕੰਮ ਆਉਂਦਾ ਹਾਂ, ਭਾਵ ਕਿ ਮੈਂ ਹੈਲਪਫੁਲ ਹਾਂ, ਇਸ ਲਈ ਸਾਰੇ ਮੇਰੇ ਤੋਂ ਖੁਸ਼ ਰਹਿੰਦੇ ਹਨ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਨਾਲ ਤੁਹਾਨੂੰ ਆਪਣੇ ਬਾਰੇ ਸੋਚਣ ਦਾ ਮੌਕਾ ਮਿਲਿਆ। ਹੁਣ ਤੁਸੀਂ ਆਪਣੇ ਬਾਰੇ ਕੁਝ ਵਾਕ ਲਿਖੋ ਜੋ ਸੋਚ ਕੇ ਤੁਸੀਂ ਬਹੁਤ ਖੁਸ਼ ਹੁੰਦੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਦੂਜੇ ਲੋਕ ਵੀ ਇਸ ਬਾਰੇ ਪਤਾ ਹੋਵੇ, ਭਾਵ ਕਿ ਦੂਜਿਆਂ ਨੂੰ ਵੀ ਇਸ ਬਾਰੇ ਪਤਾ ਹੋਵੇ। ਇੱਥੇ ਤੁਸੀਂ ਆਪਣੇ ਬਾਰੇ ਲਿਖਣਾ ਜੀ, ਕੁਝ ਵੀ ਲਿਖ ਸਕਦੇ ਹੋ ਜੀ। ਮੈਂ ਇੱਥੇ ਲਿਖਿਆ ਜੀ ਮੈਂ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਵਾਲਾ ਇਨਸਾਨ ਹਾਂ। ਮੈਂ ਜੀ ਕਹੋ ਅਤੇ ਜੀ ਕਹਾਓ ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਆਪਣੇ ਅਧਿਆਪਕਾਂ, ਮਾਤਾ ਪਿਤਾ ਅਤੇ ਹੋਰ ਸਾਰੇ ਵੱਡਿਆਂ ਦਾ ਆਦਰ ਕਰਦਾ ਹਾਂ। ਤਾਂ ਇੱਥੇ ਤੁਸੀਂ ਆਪਣੇ ਵਿਚਾਰ ਲਿਖਣੇ ਹਨ ਤੇ ਆਪਣਾ ਸਵੈ, ਭਾਵ ਕਿ ਆਪਣਾ ਆਪ ਲਿਖਣਾ ਹੈ ਜੀ। ਜ਼ਰੂਰੀ ਨਹੀਂ ਕਿ ਮੇਰੇ ਲਿਖੇ ਅਨੁਸਾਰ ਹੀ ਲਿਖੋਗੇ। ਆਪਣੀ ਪਹਿਚਾਣ ਬਣਾਉਣਾ। ਹੁਣ ਤੁਸੀਂ ਇਸ ਸਾਰਣੀ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਹਰ ਪ੍ਰਸ਼ਨ ਦੇ ਸਾਹਮਣੇ 3 ਸੰਭਾਵਿਤ ਉੱਤਰ ਹਨ। ਤੁਸੀਂ ਉਸ ਉੱਤਰ ਦੇ ਸਹੀ ਲਗਾਉਣਾ ਹੈ ਜੋ ਤੁਹਾਡੇ ਤੇ ਲਾਗੂ ਹੁੰਦਾ ਹੈ, ਭਾਵ ਕਿ ਅੱਗੇ ਸਾਰਣੀ ਵਿੱਚ ਜੀ ਤੁਹਾਨੂੰ ਕੁਝ ਗੁਣ ਤੁਹਾਡੇ ਦੱਸੇ ਗਏ ਹਨ। ਫਿਰ ਅੱਗੇ ਲਿਖਿਆ ਜੀ ਹਮੇਸ਼ਾ, ਕਦੇ ਕਦੇ, ਕਦੇ ਨਹੀਂ, ਭਾਵ ਕਿ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ, ਜਿਹੜੀ ਤੁਹਾਡੀ ਆਦਤ ਹੈ ਉਸ 'ਤੇ ਤੁਸੀਂ ਲਿਖ ਦੇਣਾ ਜੀ ਹਮੇਸ਼ਾ, ਜੋ ਤੁਸੀਂ ਅਕਸਰ ਕਰਦੇ ਹੋ। ਤੇ ਜਿਹਨੂੰ ਤੁਸੀਂ ਕਦੇ ਕਦੇ ਕਰ ਦਿੰਦੇ ਹੋ ਉਸ ਨੂੰ ਕਦੇ ਕਦੇ ਲਿਖ ਦੇਣਾ ਹੈ। ਤੇ ਜਿਹਨੂੰ ਤੁਸੀਂ ਕਰਨਾ ਬਿਲਕੁਲ ਪਸੰਦ ਨਹੀਂ ਕਰਦੇ ਤਾਂ ਉੱਥੇ ਤੁਸੀਂ ਕਦੇ ਨਹੀਂ ਲਿਖ ਦੇਣਾ ਹੈ। ਜਿਵੇਂ ਕਿ ਮੈਂ ਉਦਾਹਰਨ ਦਿੰਦਾ ਜੀ, ਮੈਂ ਪੜ੍ਹਾਈ ਕਰਦਾ ਹਾਂ, ਹਮੇਸ਼ਾ ਆਏਗਾ ਜੀ। ਇੱਕ ਵਿਦਿਆਰਥੀ ਨੂੰ ਹਮੇਸ਼ਾ ਪੜ੍ਹਨਾ ਚਾਹੀਦਾ ਹੈ। ਫਿਰ ਅੱਗੇ ਲਿਖੋਗੇ ਜੀ ਤੁਸੀਂ ਝੂਠ ਬੋਲਦੇ ਹੋ, ਤਾਂ ਕਦੇ ਕਦੇ ਜੀ, ਕਿਉਂਕਿ ਵਿਦਿਆਰਥੀ ਜੀਵਨ ਦੇ ਵਿੱਚ ਬੱਚੇ ਝੂਠ ਬੋਲਦੇ ਹਨ ਪਰ ਹਮੇਸ਼ਾ ਨਹੀਂ ਬੋਲਦੇ, ਜਾਂ ਇਹ ਵੀ ਨਹੀਂ ਕਹਿ ਸਕਦੇ ਵੀ ਕਦੇ ਝੂਠ ਨਹੀਂ ਬੋਲਦੇ, ਬੱਚੇ ਅਕਸਰ ਛੋਟੀ ਛੋਟੀ ਗੱਲਾਂ 'ਚ ਝੂਠ ਬੋਲਦੇ ਰਹਿੰਦੇ, ਅਸੀਂ ਕਦੇ ਕਦੇ ਲਿਖ ਦੇਵਾਂਗੇ ਜੀ। ਅੱਗੇ ਆਏਗਾ ਜੀ ਮੈਂ ਚੋਰੀ ਕਰਦਾ ਹਾਂ, ਤਾਂ ਇਹਦਾ ਮੈਂ ਲਿਖਾਂਗਾ ਜੀ ਕਦੀ ਨਹੀਂ, ਕਿਉਂਕਿ ਮੇਰੇ ਮਾਤਾ ਪਿਤਾ ਨੇ ਤੇ ਮੇਰੇ ਅਧਿਆਪਕਾਂ ਨੇ ਸਿਖਾਇਆ ਕਿ ਅਸੀਂ ਚੋਰੀ ਨਹੀਂ ਕਰਨੀ, ਤਾਂ ਮੈਂ ਇੱਥੇ ਕਦੀ ਨਹੀਂ ਕਰ ਸਕਦਾ। ਤਾਂ ਹੁਣ ਆਪਾਂ ਲਿਖਦੇ ਹਾਂ ਜੀ ਨੰਬਰ 1, ਮੇਰੀ ਸੋਚ ਹਾਂ ਪੱਖੀ ਹੈ, ਭਾਵ ਕਿ ਮੈਂ ਪੋਜ਼ਿਟਿਵ ਥਿੰਕਿੰਗ ਰੱਖਦਾ ਹਾਂ, ਤਾਂ ਹਮੇਸ਼ਾ। ਮੈਂ ਪਰਿਵਰਤਨ ਬਹੁਤ ਜਲਦੀ ਸਵੀਕਾਰ ਕਰਦਾ ਹਾਂ, ਤਾਂ ਇੱਥੇ ਹਮੇਸ਼ਾ ਨਹੀਂ ਲਿਖ ਸਕਦੇ ਜੀ। ਕਈ ਵਾਰ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਅਸੀਂ ਉਹਦੇ ਮੁਤਾਬਕ ਨਹੀਂ ਬਦਲ ਪਾਉਂਦੇ, ਹੌਲੇ ਹੌਲੇ ਬਦਲਦੇ ਹਾਂ, ਸਾਨੂੰ ਸਮਾਂ ਲੱਗਦਾ ਹੈ, ਜਾਂ ਕਈ ਵਾਰ ਅਸੀਂ ਨਹੀਂ ਵੀ ਬਦਲਦੇ, ਤਾਂ ਇਸ ਦਾ ਜਵਾਬ ਮੈਂ ਲਿਖਿਆ ਜੀ ਕਦੇ ਕਦੇ। ਨੰਬਰ 3, ਮੈਨੂੰ ਆਪਣੀ ਕਾਬਲੀਅਤ 'ਤੇ ਵਿਸ਼ਵਾਸ ਹੈ ਹਮੇਸ਼ਾ ਜੀ, ਮੈਨੂੰ ਆਪਣੀ ਕਾਬਲੀਅਤ 'ਤੇ ਹਮੇਸ਼ਾ ਵਿਸ਼ਵਾਸ ਰਹਿੰਦਾ ਜੀ, ਮੈਂ ਹਮੇਸ਼ਾ ਲਿਖ ਦਿੱਤਾ ਜੀ। ਨੰਬਰ 4, ਮੈਂ ਜੋ ਵੀ ਕਰਨਾ ਚਾਹਾਂ ਆਸਾਨੀ ਨਾਲ ਕਰ ਲੈਂਦਾ ਹਾਂ ਹਮੇਸ਼ਾ, ਕਿਉਂਕਿ ਜਦੋਂ ਮੈਂ ਕੁਝ ਕਰਨਾ ਆਪਣੇ ਮਨ ਦੇ ਵਿੱਚ ਠਾਣ ਲੈਂਦਾ ਤਾਂ ਮੈਂ ਉਸ ਨੂੰ ਪੂਰਾ ਕਰਦਾ ਹਾਂ, ਤਾਂ ਇਸ ਲਈ ਮੈਂ ਇਸ ਦਾ ਜਵਾਬ ਹਮੇਸ਼ਾ ਲਿਖ ਰਿਹਾ ਜੀ। ਨੰਬਰ 5, ਮੈਂ ਦੂਜਿਆਂ 'ਤੇ ਬਹੁਤ ਜਲਦੀ ਪ੍ਰਭਾਵ, ਮੇਰਾ ਦੂਜਿਆਂ 'ਤੇ ਬਹੁਤ ਜਲਦੀ ਪ੍ਰਭਾਵ ਪੈਂਦਾ ਹੈ, ਇਸਦਾ ਮੈਂ ਜਵਾਬ ਕਦੇ ਕਦੇ ਲਿਖਿਆ ਜੀ। ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਤੋਂ ਸਾਰੇ ਲੋਕ ਹੀ ਪ੍ਰਭਾਵਿਤ ਹੋਣ, ਤੇ ਕਈ ਵਾਰ ਹੋ ਵੀ ਜਾਂਦੇ ਹਨ ਅਤੇ ਕਈ ਵਾਰ ਨਹੀਂ ਵੀ ਹੁੰਦੇ, ਇਸ ਲਈ ਮੈਂ ਕਦੇ ਕਦੇ ਲਿਖ ਦਿੱਤਾ ਹੈ। ਮੈਂ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਤੇ ਲਗਨ ਨਾਲ ਕਰਦਾ ਹਾਂ ਹਮੇਸ਼ਾ, ਮੈਂ ਜ਼ਿੰਮੇਵਾਰ ਇਨਸਾਨ ਹਾਂ ਅਤੇ ਹਰ ਕੰਮ ਜ਼ਿੰਮੇਵਾਰੀ ਨਾਲ ਕਰਦਾ ਹਾਂ, ਹਮੇਸ਼ਾ ਮੈਂ ਜ਼ਿੰਮੇਵਾਰੀ ਪੂਰੀ ਕਰਦਾ ਹਾਂ। ਨੰਬਰ 7, ਮੈਂ ਆਪਣੀਆਂ ਗਲਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹਾਂ ਹਮੇਸ਼ਾ। ਇੱਕ ਚੰਗਾ ਇਨਸਾਨ ਉਹੀ ਹੁੰਦਾ ਜਿਹੜਾ ਆਪਣੀ ਗਲਤੀ ਨੂੰ ਸਵੀਕਾਰ ਕਰ ਲੈਂਦਾ ਹੈ, ਨਾ ਕਿ ਦੂਜਿਆਂ 'ਤੇ ਥੋਪਦਾ ਹੈ। ਨੰਬਰ 8, ਮੈਂ ਦੂਜਿਆਂ ਦੇ ਕੰਮ ਵਿੱਚ ਮਦਦ ਕਰਦਾ ਹਾਂ ਹਮੇਸ਼ਾ, ਮੈਂ ਇੱਕ ਮਦਦਗਾਰ ਇਨਸਾਨ ਹਾਂ, ਹੈਲਪਫੁਲ ਇਨਸਾਨ ਹਾਂ, ਅਤੇ ਮੈਂ ਇਸ ਲਈ ਹਮੇਸ਼ਾ ਲਿਖਿਆ ਜੀ। ਉਮੀਦ ਰੱਖਦਾ ਕਿ ਤੁਸੀਂ ਵੀ ਹੈਲਪਫੁਲ ਹੋਵੋਗੇ ਅਤੇ ਇਹੀ ਟਿਕ ਕਰੋਗੇ। ਮੈਨੂੰ ਨਵਾਂ ਕੰਮ ਸਿੱਖਣ ਦਾ ਸ਼ੌਂਕ ਹੈ ਹਮੇਸ਼ਾ। ਇੱਕ ਇਨਸਾਨ ਸਾਰੀ ਜ਼ਿੰਦਗੀ ਹੀ ਇੱਕ ਸਟੂਡੈਂਟ ਹੁੰਦਾ ਹੈ, ਇੱਕ ਲਰਨਰ ਹੁੰਦਾ ਹੈ, ਉਹ ਸਿੱਖਣ ਦੀ ਭਾਵਨਾ ਰੱਖਦਾ ਹੈ, ਜਿਗਿਆਸਾ ਰੱਖਦਾ ਹੈ, ਤਾਂ ਇਸ ਲਈ ਹਮੇਸ਼ਾ ਲਿਖਿਆ ਜੀ। ਮੈਂ ਆਪਣੀ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਹਮੇਸ਼ਾ। ਇੱਕ ਚੰਗਾ ਇਨਸਾਨ ਉਹੀ ਹੁੰਦਾ ਜਿਹੜਾ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਦਿੰਦਾ ਹੈ।
ਉਪਰੋਕਤ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਬਾਅਦ ਤੁਸੀਂ ਆਪਾ ਵਿਸ਼ਲੇਸ਼ਣ ਕਰਨਾ ਹੈ। ਜੋ ਪ੍ਰਸ਼ਨਾਂ ਦੇ ਉੱਤਰ ਤੁਸੀਂ ਹਮੇਸ਼ਾ ਦਿੱਤਾ ਹੈ ਉਹ ਤੁਹਾਡੀ ਤਾਕਤ ਹਨ, ਉਹਨਾਂ ਨੂੰ ਤੁਸੀਂ ਕਾਇਮ ਰੱਖਣਾ ਹੈ। ਜੋ ਕਦੇ ਨਹੀਂ ਲਿਖਿਆ ਹੈ ਉਹਨਾਂ ਵਿੱਚ ਸੁਧਾਰ ਕਰਕੇ ਤੁਸੀਂ ਆਪਣਾ ਸਵੈ ਹੋਰ ਉਜਾਗਰ ਕਰ ਸਕਦੇ ਹੋ, ਭਾਵ ਕਿ ਆਪਣੇ ਅੰਦਰ ਸੁਧਾਰ ਕਰ ਸਕਦੇ ਹੋ। ਹੁਣ ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿਓ। ਨੰਬਰ 1, ਜਦੋਂ ਕੋਈ ਮੇਰੀ ਆਲੋਚਨਾ ਕਰਦਾ ਹੈ ਤਾਂ, ਭਾਵ ਕਿ ਜਦੋਂ ਮੇਰੀ ਕੋਈ ਆਲੋਚਨਾ ਕਰਦਾ ਹੈ, ਮੇਰੇ ਮਾੜੇ ਪੱਖਾਂ ਬਾਰੇ ਮੈਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੈਨੂੰ ਕਿਹੋ ਜਿਹਾ ਮਹਿਸੂਸ ਹੋਣਾ ਚਾਹੀਦਾ ਹੈ ਜੀ। ਮੈਂ ਲਿਖਿਆ ਜੀ ਮੈਨੂੰ ਚੰਗਾ ਲੱਗਦਾ ਹੈ ਕਿਉਂਕਿ ਉਹ ਮੇਰੇ ਅੰਦਰ ਦੀ ਮਾੜੀ ਆਦਤਾਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ, ਭਾਵ ਕਿ ਉਹ ਮੈਨੂੰ ਇਸ਼ਾਰਾ ਕਰਦੇ ਹਨ ਕਿ ਤੇਰੇ ਅੰਦਰ ਇਹ ਗਲਤ ਆਦਤ ਹੈ ਤੇ ਇਸ ਨੂੰ ਸੁਧਾਰ ਕਰ ਲੈ। ਨੰਬਰ 2, ਜਮਾਤ ਵਿੱਚ ਦੂਜੇ ਵਿਦਿਆਰਥੀ ਦੀ ਵਧੀਆ ਕਾਰਗੁਜ਼ਾਰੀ ਦੇਖ ਕੇ, ਭਾਵ ਕਿ ਜਦੋਂ ਕੋਈ ਵਿਦਿਆਰਥੀ ਚੰਗਾ ਕਰ ਰਿਹਾ ਹੁੰਦਾ ਜਮਾਤ ਦੇ ਵਿੱਚ ਤਾਂ ਮੈਨੂੰ ਕਿਹੋ ਜਿਹਾ ਮਹਿਸੂਸ ਹੋਣਾ ਚਾਹੀਦਾ ਹੈ। ਤਾਂ ਮੈਂ ਲਿਖਿਆ ਜੀ ਮੈਨੂੰ ਖੁਸ਼ੀ ਹੁੰਦੀ ਹੈ ਅਤੇ ਮੈਂ ਉਹਨਾਂ ਤੋਂ ਨਵੀਆਂ ਚੀਜ਼ਾਂ ਸਿੱਖਦਾ ਹਾਂ, ਭਾਵ ਕਿ ਅਗਰ ਕੋਈ ਵਿਦਿਆਰਥੀ ਨਵਾਂ ਕਰ ਰਿਹਾ ਹੈ ਤਾਂ ਮੈਂ ਉਸ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਨੰਬਰ 3, ਜੋ ਚੀਜ਼ਾਂ ਮੈਂ ਬਦਲ ਨਹੀਂ ਸਕਦਾ ਉਹਨਾਂ ਬਾਰੇ ਮੈਂ ਜ਼ਿਆਦਾ ਨਹੀਂ ਸੋਚਦਾ, ਕਿਉਂਕਿ ਜੋ ਮੇਰੇ ਹੱਥ ਦੇ ਵਿੱਚ ਹੈ ਹੀ ਨਹੀਂ ਉਹਨਾਂ ਬਾਰੇ ਸੋਚਣਾ ਆਪਣੇ ਸਮੇਂ ਨੂੰ ਵਿਅਰਥ ਕਰਨਾ ਹੈ, ਆਪਣੀ એનર્ਜੀ ਨੂੰ ਵਿਅਰਥ ਕਰਨਾ ਹੈ, ਇਸ ਲਈ ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਸੋਚਦਾ। ਨੰਬਰ 4, ਮੈਂ ਆਪਣੇ ਜੀਵਨ ਦਾ ਟੀਚਾ ਮਿੱਥਿਆ ਹੋਇਆ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਮੈਂ, ਭਾਵ ਕਿ ਆਪਣੇ ਏਮ ਨੂੰ ਪ੍ਰਾਪਤ ਕਰਨ ਲਈ ਮੈਂ ਕੀ ਕਰਦਾ ਹਾਂ, ਸਮਾਂ ਸਾਰਣੀ ਬਣਾ ਕੇ ਮਿਹਨਤ ਕਰਦਾ ਹਾਂ ਅਤੇ ਨਿਰੰਤਰ ਅਭਿਆਸ ਵੀ ਕਰਦਾ ਹਾਂ, ਭਾਵ ਕਿ ਮੈਂ ਟਾਈਮ ਟੇਬਲ ਬਣਾਇਆ ਹੋਇਆ ਹੈ ਤੇ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹਾਂ, ਅਭਿਆਸ ਕਰਦਾ ਹਾਂ, ਕਿਉਂਕਿ ਅਭਿਆਸ ਕਰਨ ਨਾਲ ਅਸੀਂ ਆਪਣੇ ਟੀਚੇ ਤੇ ਜਲਦੀ ਪਹੁੰਚ ਸਕਦੇ ਹਾਂ। ਨੰਬਰ 5, ਜਦੋਂ ਮੇਰਾ ਕੋਈ ਕੰਮ ਗਲਤ ਹੋ ਜਾਵੇ ਤਾਂ ਮੈਂ ਘਬਰਾਉਂਦਾ ਨਹੀਂ, ਸਗੋਂ ਸ਼ਾਂਤ ਚਿੱਤ ਹੋ ਕੇ ਅਤੇ ਆਪਣੇ ਤੋਂ ਵੱਡਿਆਂ ਦੀ ਸਲਾਹ ਨਾਲ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਸ ਲਈ ਆਪਣੀ ਗਲਤੀ ਨੂੰ ਇਸੇ ਤਰ੍ਹਾਂ ਹੀ ਸੁਧਾਰਿਆ ਜਾ ਸਕਦਾ ਹੈ, ਕਦੇ ਵੀ ਆਪਣੀ ਗਲਤੀ ਨੂੰ ਦੂਜਿਆਂ ਤੇ ਥੋਪਣਾ ਨਹੀਂ ਚਾਹੀਦਾ। ਪਿਆਰੇ ਬੱਚਿਓ, ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਨਸਾਨ ਦੀ ਸ਼ਖਸੀਅਤ ਵਿੱਚ ਜਿੱਥੇ ਗੁਣ ਸ਼ਾਮਲ ਹੁੰਦੇ ਹਨ ਉੱਥੇ ਹੀ ਕੁਝ ਕਮੀਆਂ ਵੀ ਹੁੰਦੀਆਂ ਹਨ। ਇਸ ਲਈ ਇੱਕ ਚੰਗਾ ਵਿਅਕਤੀ ਉਹੀ ਹੈ ਜਿਹੜਾ ਆਪਣੀ ਕਮੀਆਂ ਨੂੰ ਦੂਰ ਕਰਕੇ ਆਪਣੇ ਗੁਣਾਂ ਨੂੰ ਉਜਾਗਰ ਕਰਦਾ ਹੈ। ਅਗਲੀ ਐਕਟੀਵਿਟੀ ਸਮੇਂ ਦੀ ਪਾਬੰਦੀ ਭਾਗ ਵਿੱਚੋਂ, ਸਮੇਂ ਦੀ ਪਾਬੰਦੀ ਦਾ ਭਾਵ ਹੁੰਦਾ ਹੈ ਹਰ ਕੰਮ ਨੂੰ ਸਮੇਂ ਸਿਰ ਕਰਨਾ। ਇਸ ਵਿੱਚ ਇੱਕ ਤੁਹਾਨੂੰ ਛੋਟੀ ਜਿਹੀ ਕਹਾਣੀ ਦਿੱਤੀ ਗਈ ਹੈ। ਮਨਿੰਦਰ ਤੇ ਰਮਨ ਦੋ ਵਧੀਆ ਮਿੱਤਰ ਸਨ। ਮਨਿੰਦਰ ਹਰ ਕੰਮ ਸਮੇਂ ਸਿਰ ਪੂਰਾ ਕਰਦਾ ਸੀ, ਜਦੋਂ ਕਿ ਰਮਨ ਕੋਈ ਵੀ ਕੰਮ ਸਮੇਂ ਸਿਰ ਪੂਰਾ ਨਹੀਂ ਸੀ ਕਰਦਾ। ਉਹ ਅਕਸਰ ਸਕੂਲ ਵੀ ਲੇਟ ਪਹੁੰਚਦਾ ਸੀ। ਮਨਿੰਦਰ ਨੇ ਉਸ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰੰਤੂ ਰਮਨ ਨੇ ਕਦੇ ਸਮਝਣ ਦੀ ਆਦਤ ਬਣਾਈ ਹੀ ਨਹੀਂ ਸੀ। ਇੱਕ ਵਾਰ ਉਹਨਾਂ ਦੇ ਸਕੂਲ ਦਾ ਟੂਰ ਜਾਣਾ ਸੀ। ਮਨਿੰਦਰ ਸਮੇਂ ਸਿਰ ਪੁੱਜ ਗਿਆ, ਪਰੰਤੂ ਰਮਨ ਲੇਟ ਹੋ ਗਿਆ, ਜਿਸ ਕਰਕੇ ਉਹ ਟੂਰ 'ਤੇ ਨਾ ਜਾ ਸਕਿਆ। ਉਸ ਨੂੰ ਬੜੀ ਨਿਰਾਸ਼ਾ ਹੋਈ। ਹੁਣ ਤੁਸੀਂ ਸਮਝ ਗਏ ਹੋਵੋਗੇ, ਤੁਸੀਂ ਹੁਣ ਸਮਝ ਲਿਆ ਹੈ ਕਿ ਸਮੇਂ ਦਾ ਪਾਬੰਦ ਹੋਣਾ ਕਿੰਨਾ ਜ਼ਰੂਰੀ ਹੈ ਤੇ ਸਾਡੇ ਲਈ ਕਿੰਨਾ ਲਾਭਦਾਇਕ ਵੀ ਸਿੱਧ ਹੁੰਦਾ ਹੈ। ਅਗਲੀ ਐਕਟੀਵਿਟੀ, ਜੇਕਰ ਤੁਸੀਂ ਰਮਨ ਜਾਂ ਮਨਿੰਦਰ ਦੀ ਜਗ੍ਹਾ ਹੋ ਕੇ ਸੋਚੋ, ਭਾਵ ਕਿ ਇਹ ਮੰਨੋ ਕਿ ਤੁਸੀਂ ਰਮਨ ਦੀ ਥਾਂ 'ਤੇ ਹੋ ਜਾਂ ਮਨਿੰਦਰ ਦੀ ਥਾਂ 'ਤੇ ਹੋ। ਨੰਬਰ 1, ਰਮਨ ਕੀ ਕਰਦਾ ਹੈ? ਸਕੂਲ ਲਈ ਲੇਟ ਕਰਦਾ ਸੀ, ਭਾਵ ਕਿ ਉਹ ਕਦੇ ਸਮੇਂ ਸਿਰ ਸਕੂਲ ਨਹੀਂ ਸੀ ਆਉਂਦਾ, ਅਕਸਰ ਲੇਟ ਆਉਂਦਾ ਸੀ। ਕੀ ਨਹੀਂ ਕਰਦਾ ਸੀ? ਕਿਸੇ ਵੀ ਕੰਮ ਨੂੰ ਸਮੇਂ ਸਿਰ ਨਹੀਂ ਕਰਦਾ ਸੀ, ਭਾਵ ਕਿ ਕਿਸੇ ਵੀ ਕੰਮ ਨੂੰ ਟਾਈਮ 'ਤੇ ਪੂਰਾ ਨਹੀਂ ਸੀ ਕਰਦਾ, ਹਰ ਕੰਮ ਲਈ ਲੇਟ ਕਰਦਾ ਹੁੰਦਾ ਸੀ। ਹੁਣ ਆਪਾਂ ਮਨਿੰਦਰ ਬਾਰੇ ਗੱਲ ਕਰਨੀ ਹੈ ਜੀ। ਮਨਿੰਦਰ ਕੀ ਕਰਦਾ ਹੈ? ਹਰ ਕੰਮ ਨੂੰ ਸਮੇਂ ਸਿਰ ਪੂਰਾ ਕਰਦਾ ਹੈ, ਉਹ ਸਮੇਂ ਦਾ ਪਾਬੰਦ ਸੀ। ਕੀ ਨਹੀਂ ਕਰਦਾ ਹੈ? ਕਿਸੇ ਵੀ ਕੰਮ ਨੂੰ ਲੇਟ ਨਹੀਂ ਕਰਦਾ ਹੈ, ਭਾਵ ਕਿ ਕਿਸੇ ਵੀ ਕੰਮ ਲਈ ਦੇਰੀ ਨਹੀਂ ਕਰਦਾ, ਉਹ ਹਰ ਕੰਮ ਨੂੰ ਸਮੇਂ ਸਿਰ ਕਰਦਾ ਹੈ। ਤਾਂ ਬੱਚਿਓ, ਤੁਸੀਂ ਸਮੇਂ ਦੀ ਪਾਬੰਦੀ ਬਾਰੇ ਚੰਗੀ ਤਰ੍ਹਾਂ ਸਮਝ ਲਿਆ ਹੈ ਜੀ। ਅੱਗੇ ਹੁਣ ਅਸੀਂ ਵੇਖਾਂਗੇ ਕਿ ਸਮੇਂ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਲਈ ਹੇਠ ਲਿਖਿਆਂ ਨੂੰ ਸਹੀ ਤਰਤੀਬ ਦੇਵਾਂਗੇ, ਭਾਵ ਕਿ ਕੁਝ ਗੱਲਾਂ ਲਿਖੀਆਂ ਹੋਈਆਂ ਹਨ, ਤੁਸੀਂ ਇਹਦੀ ਤਰਤੀਬ ਕਰਨੀ ਹੈ ਕਿ ਕਿਹੜਾ ਕੰਮ ਪਹਿਲਾਂ ਹੋਣਾ ਚਾਹੀਦਾ ਹੈ। ਤਾਂ ਦੋਸਤੋ, ਇਹ ਮੈਂ ਤੁਹਾਡੇ ਲਈ ਛੱਡ ਰਿਹਾ ਹਾਂ, ਤੁਸੀਂ ਕਰਨਾ ਹੈ। ਜੇਕਰ ਤੁਹਾਨੂੰ ਨਹੀਂ ਸਮਝ ਆਏਗਾ ਤਾਂ ਕਮੈਂਟ ਬਾਕਸ ਵਿੱਚ ਲਿਖ ਦੇਣਾ ਹੈ ਜੀ, ਮੈਂ ਤੁਹਾਨੂੰ ਪੂਰਾ ਕਰਵਾ ਦੇਵਾਂਗਾ। ਅੱਗੇ ਹੈ ਜੀ ਤੁਹਾਡੇ ਕੋਲ, ਤੁਸੀਂ ਆਪਣੇ ਕੰਮਾਂ ਨੂੰ ਕਰਨ ਲਈ ਕਿਵੇਂ ਸਮਾਂ ਵੰਡ ਕਰੋਗੇ, ਭਾਵ ਤੁਸੀਂ ਆਪਣੀ ਸਮਾਂ ਸਾਰਣੀ ਕਿਵੇਂ ਬਣਾਓਗੇ, ਆਪਣੀ ਡਾਇਰੀ ਦੇ ਵਿੱਚ ਲਿਖੋ। ਇਹ ਤੁਸੀਂ ਆਪਣੇ ਮੁਤਾਬਕ ਆਪਣੇ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਰਨੀ ਹੈ ਜੀ। ਮੈਂ ਜਿਵੇਂ ਭਰਿਆ ਜੀ, ਸਵੇਰੇ 6 ਵਜੇ ਉੱਠਣਾ, 6 ਤੋਂ 7 ਵਜੇ ਤੱਕ ਪੜ੍ਹਨਾ, 7 ਤੋਂ 8 ਵਜੇ ਤੱਕ ਸਕੂਲ ਦੀ ਤਿਆਰੀ ਕਰਨਾ, 9 ਵਜੇ ਸਕੂਲ ਪੁੱਜਣਾ, 3 ਵਜੇ ਘਰ ਵਾਪਸੀ, 3:30 ਤੋਂ ਭਾਵ 3:30 ਤੋਂ 4 ਵਜੇ ਤੱਕ ਖੇਡਣਾ, 4 ਵਜੇ ਤੋਂ 6 ਵਜੇ ਤੱਕ ਪੜ੍ਹਨਾ, ਇਹ ਸ਼ਾਮ ਦਾ ਸਮਾਂ ਹੈ ਜੀ। ਇਸ ਤਰ੍ਹਾਂ ਤੁਸੀਂ ਆਪਣੇ ਮੁਤਾਬਕ ਭਰਨਾ ਹੈ, ਭਾਵ ਕਿ ਤੁਸੀਂ ਆਪਣੀ ਸਮਾਂ ਸਾਰਣੀ ਆਪ ਤਿਆਰ ਕਰਨੀ ਹੈ। ਅਗਲਾ ਪ੍ਰਸ਼ਨ, ਜ਼ਿੰਮੇਵਾਰੀ ਦੀ ਭਾਵਨਾ ਭਾਗ ਵਿੱਚੋਂ ਤੁਸੀਂ ਸਹੀ ਸਰੀਰਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਤੋਂ ਕੀ ਸਮਝਦੇ ਹੋ, ਭਾਵ ਕਿ ਫਿਜ਼ੀਕਲੀ, ਇਮੋਸ਼ਨਲ ਐਂਡ ਸੋਸ਼ਲ। ਉੱਤਰ, ਭਾਵ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਜਾਂ ਤਕੜਾ ਹੋਣਾ ਚਾਹੀਦਾ ਹੈ। ਸਾਡੀਆਂ ਭਾਵਨਾਵਾਂ, ਇਮੋਸ਼ਨਸ ਸਾਡਾ ਪੂਰਾ ਕੰਟਰੋਲ ਹੋਣਾ ਚਾਹੀਦਾ ਹੈ, ਭਾਵ ਕਿ ਸਾਡੀ ਇਮੋਸ਼ਨ ਸਾਡੇ ਕੰਟਰੋਲ ਵਿੱਚ ਹੋਣੇ ਚਾਹੀਦੇ ਹਨ ਅਤੇ ਅਸੀਂ ਆਪਣੇ ਸਮਾਜ, ਭਾਵ ਆਪਣੇ ਆਲੇ ਦੁਆਲੇ ਮੌਜੂਦ ਲੋਕਾਂ ਨਾਲ ਮਿਲ ਜੁਲ ਕੇ ਰਹਿਣ ਯੋਗ ਹੋਣੇ ਚਾਹੀਦੇ ਹਾਂ। ਅਗਲੀ ਕਿਰਿਆ ਜੀ, ਸਹੀ ਸਰੀਰਕ ਵਿਕਾਸ ਲਈ ਤੁਸੀਂ ਕੀ ਕਰੋਗੇ, ਭਾਵ ਕਿ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਰੱਖਣ ਲਈ ਤੁਸੀਂ ਕੀ ਕਰੋਗੇ। ਨੰਬਰ 1, ਸੰਤੁਲਿਤ ਭੋਜਨ ਖਾਵਾਂਗੇ। ਨੰਬਰ 2, ਯੋਗਾ ਅਤੇ ਕਸਰਤ ਕਰਾਂਗੇ। ਨੰਬਰ 3, ਸੈਰ ਕਰਾਂਗੇ। ਨੈਕਸਟ, ਸਹੀ ਭਾਵਨਾਤਮਕ ਵਿਕਾਸ ਲਈ ਤੁਸੀਂ ਕੀ ਕਰੋਗੇ, ਭਾਵ ਕਿ ਆਪਣੇ ਸਹੀ ਇਮੋਸ਼ਨਸ ਨੂੰ, ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨ ਲਈ ਤੁਸੀਂ ਕੀ ਕਰੋਗੇ। ਆਪਣੀ ਭਾਵਨਾਵਾਂ ਲੋੜ ਮੁਤਾਬਕ ਪੇਸ਼ ਕਰਾਂਗੇ, ਭਾਵ ਕਿ ਕਿਸੇ ਅੱਗੇ ਜ਼ਿਆਦਾ ਇਮੋਸ਼ਨਲ ਨਹੀਂ ਹੋ ਜਾਣਾ ਜਾਂ ਜ਼ਿਆਦਾ ਹਾਰਡ ਨਹੀਂ ਬਣ ਕੇ ਦਿਖਾਣਾ, ਜਿਵੇਂ ਦੀ ਲੋੜ ਹੈ ਸਮੇਂ ਦੇ ਅਨੁਸਾਰ ਆਪਣੀ ਭਾਵਨਾਵਾਂ ਨੂੰ ਦਿਖਾਉਣਾ ਚਾਹੀਦਾ ਹੈ।
ਘੱਟ ਬੋਲਾਂਗੇ ਅਤੇ ਜ਼ਿਆਦਾ ਸੁਣਾਂਗੇ। ਨੈਕਸਟ, ਸਹੀ ਸਮਾਜਿਕ ਵਿਕਾਸ ਲਈ ਤੁਸੀਂ ਕੀ ਕਰੋਗੇ? ਸੋਸ਼ਲ ਬਣਨ ਲਈ ਤੁਸੀਂ ਕੀ ਕਰ ਸਕਦੇ ਹੋ ਜੀ? ਨੰਬਰ 1, ਨੈਤਿਕ ਨਿਯਮਾਂ ਦੀ ਪਾਲਣਾ ਕਰਾਂਗੇ। ਨੰਬਰ 2, ਅਨੁਸ਼ਾਸਨ ਵਿੱਚ ਰਹਾਂਗੇ। ਨੰਬਰ 3, ਸਕਾਰਾਤਮਕ ਸੋਚ ਭਾਵ ਪੋਜ਼ਿਟਿਵ ਥਿੰਕਿੰਗ ਰੱਖਾਂਗੇ। ਨੰਬਰ 4, ਖੁਸ਼ ਮਿਜਾਜ ਬਣਾਂਗੇ। ਵਿਅਕਤੀ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਆਉਂਦਾ ਹੈ। ਪਰਿਵਾਰ ਅਜਿਹੀ ਸੰਸਥਾ ਹੈ ਜੋ ਸਾਡੇ ਹਰ ਸੁੱਖ ਦੁੱਖ ਵੇਲੇ ਸਾਡੇ ਨਾਲ ਹੁੰਦਾ ਹੈ। ਸਾਡੀ ਪਰਿਵਾਰ ਵਿੱਚ ਰਹਿੰਦੇ ਹੋਏ ਕਈ ਜ਼ਿੰਮੇਵਾਰੀਆਂ ਹੋ ਜਾਂਦੀਆਂ ਹਨ। ਆਓ ਦੇਖੀਏ। ਨੰਬਰ 1, ਪਰਿਵਾਰ ਪ੍ਰਤੀ ਜ਼ਿੰਮੇਵਾਰੀ। ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀ ਕੀ ਹੈ? ਭਾਵ ਕਿ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਕੀ ਹੁੰਦੀ ਹੈ? ਨੰਬਰ 1, ਹਰ ਦੁੱਖ ਸੁੱਖ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਰਹਿਣਾ। ਨੰਬਰ 2, ਆਪਣੇ ਬਜ਼ੁਰਗਾਂ ਦੀ ਸੇਵਾ ਕਰਨਾ। ਨੰਬਰ 3, ਆਪਣੇ ਮਾਤਾ ਪਿਤਾ ਦੇ ਕੰਮਾਂ ਵਿੱਚ ਹੱਥ ਵਟਾਉਣਾ। ਨੈਕਸਟ, ਅਸੀਂ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੇ ਹਾਂ? ਭਾਵ ਕਿ ਪਹਿਲਾਂ ਅਸੀਂ ਦੇਖਿਆ ਵੀ ਸਾਡੀ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਹੁੰਦੀ ਕੀ ਹੈ। ਹੁਣ ਅਸੀਂ ਦੇਖਾਂਗੇ ਕਿ ਅਸੀਂ ਆਪਣੀ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਕਿਵੇਂ ਹਾਂ। ਨੰਬਰ 1, ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਹਾਂ। ਨੰਬਰ 2, ਮਾਤਾ ਪਿਤਾ ਦੀ ਕੰਮ ਵਿੱਚ ਮਦਦ ਕਰਦਾ ਹਾਂ। ਨੰਬਰ 3, ਛੋਟੀ ਭੈਣ ਦੀ ਪੜ੍ਹਾਈ ਵਿੱਚ ਮਦਦ ਕਰਦਾ ਹਾਂ। ਭਾਵ ਕਿ ਮੈਂ ਇਹ ਸਾਰੇ ਰੋਲ ਅਦਾ ਕਰਦਾ ਹਾਂ, ਇਹ ਸਾਰੀ ਜ਼ਿੰਮੇਵਾਰੀਆਂ ਆਪਣੇ ਪਰਿਵਾਰ ਪ੍ਰਤੀ ਨਿਭਾਉਂਦਾ ਹਾਂ। ਨੈਕਸਟ, ਸਕੂਲ ਪ੍ਰਤੀ ਜ਼ਿੰਮੇਵਾਰੀ। ਨੰਬਰ 1, ਕੀ ਤੁਸੀਂ ਜਾਣਦੇ ਹੋ ਕਿ ਸਕੂਲ ਦੇ ਪ੍ਰਤੀ ਤੁਹਾਡੀ ਕੀ ਜ਼ਿੰਮੇਵਾਰੀ ਹੈ? ਭਾਵ ਕਿ ਤੁਹਾਡੇ ਆਪਣੇ ਸਕੂਲ ਪ੍ਰਤੀ ਕੀ ਫਰਜ਼ ਹਨ? ਤਾਂ ਇਸ ਦਾ ਉੱਤਰ ਲਿਖਿਆ ਜਿਵੇਂ, ਸਾਨੂੰ ਸਕੂਲ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਫਾਲਤੂ ਦੀਆਂ ਜਗ ਰਹੀਆਂ ਲਾਈਟਾਂ ਅਤੇ ਪੱਖੇ ਬੰਦ ਕਰਨੇ ਚਾਹੀਦੇ ਹਨ। ਅਧਿਆਪਕਾਂ ਦਾ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ। ਹੋਰ ਵੀ ਬਹੁਤ ਸਾਰੇ ਫਰਜ਼ ਨਿਭਾਉਣੇ ਚਾਹੀਦੇ ਹਨ। ਸ਼ਾਬਾਸ਼। ਹੁਣ ਦੱਸੋ ਕਿ ਤੁਸੀਂ ਆਪਣੇ ਸਕੂਲ ਪ੍ਰਤੀ ਜ਼ਿੰਮੇਵਾਰੀ ਕਿਵੇਂ ਨਿਭਾਓਗੇ? ਉੱਪਰ ਆਪਾਂ ਦੇਖਿਆ ਕਿ ਸਾਡੀ ਜ਼ਿੰਮੇਵਾਰੀ ਹੈ ਕੀ ਹੈ। ਹੁਣ ਅਸੀਂ ਜ਼ਿੰਮੇਵਾਰੀ ਨਿਭਾਉਣੀ ਕਿਵੇਂ ਹੈ? ਸਕੂਲ ਵਿੱਚ ਗੰਦਗੀ ਨਹੀਂ ਫੈਲਾਵਾਂਗੇ। ਸਕੂਲ ਦੀ ਸੰਪੱਤੀ ਦੀ ਤੋੜ ਭੰਨ ਨਹੀਂ ਕਰਾਂਗੇ। ਪਾਣੀ ਦੀ ਫਜ਼ੂਲ ਵਰਤੋਂ ਨੂੰ ਰੋਕਾਂਗੇ। ਆਪਣੀ ਜਮਾਤ ਦੇ ਕਮਰੇ ਦੀ ਸਫਾਈ ਕਰਾਂਗੇ। ਸਕੂਲ ਵਿੱਚ ਪੜ੍ਹਾਈ ਦਾ ਮਾਹੌਲ ਬਣਾਉਣ ਵਿੱਚ ਆਪਣਾ ਸਹਿਯੋਗ ਦੇਵਾਂਗੇ। ਨੈਕਸਟ, ਸਮਾਜ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ। ਭਾਵ ਕਿ ਦੇਸ਼ ਦੇ ਵਿੱਚ ਰਹਿੰਦੇ ਹੋਏ ਜਾਂ ਆਪਣੇ ਆਲੇ ਦੁਆਲੇ ਪ੍ਰਤੀ ਤੁਹਾਡੇ ਕੀ ਫਰਜ਼ ਹਨ ਜੀ, ਉਹ ਦੱਸਣਾ ਜੀ ਆਪਾਂ। ਤੁਸੀਂ ਦੱਸੋ ਕਿ ਸਮਾਜ ਅਤੇ ਦੇਸ਼ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ? ਮੈਂ ਸਮਾਜ ਅਤੇ ਦੇਸ਼ ਦਾ ਇੱਕ ਅੰਗ ਹਾਂ, ਇਸ ਲਈ ਮੈਂ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਝੂਠੀਆਂ ਅਤੇ ਫਾਲਤੂ ਦੀਆਂ ਅਫਵਾਹਾਂ ਤੋਂ ਬਚ ਕੇ ਰਹਾਂਗਾ। ਮੈਂ ਆਪਣੇ ਸੱਭਿਆਚਾਰ, ਦੇਸ਼ ਦੀ ਸ਼ਾਨ ਨੂੰ ਬਚਾਉਣ ਵਿੱਚ ਆਪਣਾ ਸਹਿਯੋਗ ਦੇਵਾਂਗਾ। ਇਹ ਮੇਰੀ ਜ਼ਿੰਮੇਵਾਰੀਆਂ ਸਮਾਜ ਅਤੇ ਦੇਸ਼ ਪ੍ਰਤੀ ਹਨ। ਹੁਣ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਹਾਂ ਜਾਂ ਨਹੀਂ ਵਿੱਚ ਦੇਣੇ ਹਨ। ਨੰਬਰ 1, ਜਦੋਂ ਘਰ ਦਾ ਕੋਈ ਮੈਂਬਰ ਬਿਮਾਰ ਹੋਵੇ ਤਾਂ ਮੈਂ ਦੇਖਭਾਲ ਕਰਦਾ ਹਾਂ। ਬਿਲਕੁਲ ਠੀਕ, ਸਾਡਾ ਫਰਜ਼ ਬਣਦਾ ਜੀ ਆਪਣੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਨਾ। ਨੰਬਰ 2, ਮੈਂ ਘਰ ਵਿੱਚ ਆਪਣੀ ਮੰਮੀ ਦਾ ਕੰਮ ਵਿੱਚ ਹੱਥ ਵਟਾਉਂਦਾ ਹਾਂ। ਬਿਲਕੁਲ ਠੀਕ, ਸਾਨੂੰ ਆਪਣੇ ਮਾਤਾ ਪਿਤਾ ਦਾ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ। ਨੰਬਰ 3, ਸਕੂਲ ਵਿੱਚ ਅਧਿਆਪਕ ਜੀ ਦੇ ਨਾ ਆਉਣ 'ਤੇ ਵੀ ਮੈਂ ਅਨੁਸ਼ਾਸਨ ਕਾਇਮ ਰੱਖਦਾ ਹਾਂ। ਭਾਵ ਕਿ ਮੈਂ ਸੈਲਫ ਡਿਸਪਲਿਨ ਦੇ ਵਿੱਚ ਰਹਿੰਦਾ ਹਾਂ। ਬਿਲਕੁਲ ਠੀਕ। ਨੰਬਰ 4, ਆਂਢ ਗੁਆਂਢ ਦਾ ਧਿਆਨ ਰੱਖਦੇ ਹੋਏ ਸੰਗੀਤ ਸੁਣਦੇ ਸਮੇਂ ਸਪੀਕਰ ਹੌਲੀ ਰੱਖਦਾ ਹਾਂ। ਭਾਵ ਕਿ ਜਦੋਂ ਮੈਂ ਘਰ ਵਿੱਚ ਸੰਗੀਤ ਸੁਣ ਰਿਹਾ ਹੁੰਦਾ ਹਾਂ ਤਾਂ ਉਨੀ ਕੁ ਆਵਾਜ਼ ਰੱਖਦਾ ਹਾਂ ਜਿੰਨੀ ਕਿ ਮੇਰੇ ਲਈ ਠੀਕ ਹੋਵੇ ਅਤੇ ਗੁਆਂਢੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਬਿਲਕੁਲ ਠੀਕ ਹੈ ਜੀ, ਇਹ ਸਾਡਾ ਫਰਜ਼ ਵੀ ਬਣਦਾ ਹੈ। ਨੰਬਰ 5, ਮੈਂ ਆਪਣੇ ਛੋਟੇ ਭਰਾ ਭੈਣ ਦੀ ਸਕੂਲ ਦੇ ਕੰਮ ਵਿੱਚ ਮਦਦ ਕਰਦਾ ਹਾਂ। ਬਿਲਕੁਲ ਠੀਕ ਜੀ, ਸਾਨੂੰ ਆਪਣੇ ਫਰਜ਼ ਨੂੰ ਪੂਰਾ ਕਰਨਾ ਚਾਹੀਦਾ। ਛੋਟੇ ਭੈਣ ਭਰਾ ਦੀ ਪੜ੍ਹਾਈ ਵਿੱਚ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਸਾਰਾ ਪਾਠ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਬਾਕੀ ਦੀ ਵੀਡੀਓਜ਼ ਪ੍ਰਾਪਤ ਕਰਨ ਲਈ ਤੁਸੀਂ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। 10th ਅਤੇ +2 ਦੀ ਵੀਡੀਓਜ਼ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕਾ ਹਾਂ। ਸਾਰੀ ਬੁੱਕਸ ਸੋਲਵ ਹੋ ਚੁੱਕੀਆਂ ਹਨ। ਉਹਨਾਂ ਦੀ ਤੁਸੀਂ ਪਲੇਲਿਸਟ ਵਿੱਚ ਜਾ ਕੇ ਵੀਡੀਓਜ਼ ਦੇਖ ਸਕਦੇ ਹੋ ਜੀ। ਧੰਨਵਾਦ ਦੋਸਤੋ।